ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਗੱਲ ਕਰਦੇ ਹਾਂ ਚਾਚੀ ਨੇ ਭਤੀਜੇ ਦੇ ਨਾਲ ਮਿਟਾਈ ਹਵਸ। ਗਲਤ ਕੰਮ ਕਰਦਿਆਂ ਚਾਚੇ ਨੇ ਮੌਕੇ ਤੇ ਹੀ ਫੜ ਲਿਆ। ਫਿਰ ਕੀ ਹੋਇਆ? ਦਰਅਸਲ ਦੱਸਿਆ ਜਾ ਰਿਹਾ ਕਿ ਇਹ ਬਹੁਤ ਮਤਲਬ ਇੱਧਰਲੀ ਤਮਿਲਨਾਡੂ ਏਰੀਏ ਦੀ ਇੱਕ ਖਬਰ ਹੈ। ਉਸ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਰਿਲੇਸ਼ਨ ਵਿੱਚ ਦੋਨੇ ਚਾਚੀ ਸੀਗੀ ਔਰ ਉਸਦਾ ਭਤੀਜਾ ਸੀਗਾ। ਭਤੀਜਾ ਵੀ ਖੂਬਸੂਰਤ ਸੀ ਤੇ ਚਾਚੀ ਵੀ ਬਹੁਤ ਖੂਬਸੂਰਤ ਸੀ। ਦੋਹਾਂ ਦੀ ਨੇੜਤਾ ਹੋ ਗਈ ਕਿਉਂਕਿ ਚਾਚਾ ਕਿਸੇ ਕੰਮਾਂ ਕਾਰਾਂ ਦੇ ਕਰਕੇ ਕਈ ਦਿਨ ਬਾਹਰ ਰਹਿੰਦਾ ਸੀ, ਲੇਕਿਨ ਚਾਚੀ ਜਿਹੜੀ ਸੀ ਉਸ ਨੂੰ ਵੀ ਘਰ ਦੇ ਵਿੱਚ ਇਕੱਲੇ ਰਹਿਣਾ ਕਿਤੇ ਨਾ ਕਿਤੇ ਠੀਕ ਨਹੀਂ ਸੀ ਲੱਗ ਰਿਹਾ। ਉਸ ਨੂੰ ਵੀ ਜ਼ਰੂਰਤ ਮਹਿਸੂਸ ਹੁੰਦੀ ਸੀ ਕਿਸੇ ਨਾ ਕਿਸੇ ਦੇ ਸਾਥ ਦੀ। ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਭਤੀਜਾ ਵੀ ਜਿਹੜਾ ਬਹੁਤ ਨੌਜਵਾਨ ਸੀ ਔਰ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਸੀ। ਲੇਕਿਨ ਦੋਨੇ ਜਦੋਂ ਭਤੀਜਾ ਆਪਣੇ ਕਮਰੇ 'ਚ ਪੈ ਜਾਂਦਾ ਸੀ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ, ਔਰ ਚਾਚੀ ਜਦੋਂ ਆਪਣੇ ਕਮਰੇ ਵਿੱਚ ਜਾਂਦੀ ਸੀ ਤਾਂ ਸਾਰਾ ਦਿਨ ਹੀ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ। ਖਾਣ ਪਾਣ ਉਹਨਾਂ ਦਾ ਸਭ ਕੁਝ ਚੱਲਦਾ ਸੀ, ਲੇਕਿਨ ਉਸ ਦੇ ਬਾਵਜੂਦ ਇਹ ਸਾਰਾ ਕੁਝ ਜਿਹੜਾ ਉਹਨਾਂ ਦੀਆਂ ਨਜ਼ਦੀਕੀਆਂ 'ਤੇ ਹਾਵੀ ਹੋ ਗਿਆ। ਨਜ਼ਦੀਕੀਆਂ ਵੱਧਦੀਆਂ ਗਈਆਂ, ਚਾਚੀ ਬਿਮਾਰ ਹੋ ਗਈ ਔਰ ਭਤੀਜਾ ਜਿਹੜਾ ਹੈ ਉਸ ਨੂੰ ਲੈ ਗਿਆ, ਹੌਸਪੀਟਲ ਲੈ ਗਿਆ ਔਰ ਉੱਥੇ ਜਾ ਕੇ ਰੋਜ਼ ਜਾਣਾ ਰੋਜ਼ ਆਉਣਾ। ਕਿਤੇ ਨਾ ਕਿਤੇ ਇੱਕ ਦਿਨ ਰਸਤੇ ਦੇ ਵਿੱਚ ਚਾਚੀ ਨੇ ਰੋਕਣ ਵਾਸਤੇ ਕਿਹਾ ਤੇ ਉਸਨੇ ਕਿਹਾ ਕਿ ਕਿਉਂ ਨਾ ਆਪਾਂ ਥੋੜ੍ਹਾ ਜਿਹਾ ਰੁਕੀਏ ਔਰ ਠੰਡਾ ਵਗੈਰਾ ਪੀ ਕੇ ਥੋੜ੍ਹੀ ਜਿਹੀ ਧੁੱਪ ਡਾਊਨ ਹੋ ਜਾਏਗੀ ਤਾਂ ਫਿਰ ਆਪਾਂ ਚੱਲਾਂਗੇ। ਮੇਰੀ ਸਿਹਤ ਕੁਝ ਜ਼ਿਆਦਾ ਵਿਗੜਦੀ ਜਾਂਦੀ ਹੈ। ਘਰੋਂ ਬਹੁਤ ਅੱਛੇ ਸੀ, ਐਸੀ ਕੋਈ ਗੱਲ ਨਹੀਂ ਹੈ। ਔਰ ਉਹਨਾਂ ਨੇ ਇੱਕ ਬਾਕਾਇਦਾ ਤੌਰ 'ਤੇ ਹੋਟਲ ਵਿੱਚ ਗਏ ਜਿੱਥੇ ਕਿ ਹੋਰ ਲੋਕ ਵੀ ਬੈਠੇ ਹੋਏ ਸਨ, ਕਿਉਂਕਿ ਉਸ ਵੇਲੇ ਕੁਝ ਵੀ ਇਹੋ ਜਿਹਾ ਨਹੀਂ ਸੀ, ਖਾਸ ਕਰਕੇ ਭਤੀਜੇ ਦੇ ਦਿਲ ਵਿੱਚ। ਹੌਲੀ ਹੌਲੀ ਜਦੋਂ ਇਸ ਦਾ ਪਤਾ ਲੱਗਦਾ ਗਿਆ ਭਤੀਜੇ ਨੂੰ ਔਰ ਉਹ ਅੰਦਰ ਐਂਟਰ ਕੀਤਾ ਕਰਕੇ ਉਹ ਬੈਠੇ, ਉਹਨਾਂ ਨੇ ਪਾਣੀ ਆਇਆ, ਪਾਣੀ ਪੀਤਾ ਹੈ, ਠੰਡੇ ਦਾ ਆਰਡਰ ਦਿੱਤਾ ਹੈ, ਠੰਡਾ ਪੀਤਾ ਔਰ ਠੰਡਾ ਪੀਣ ਤੋਂ ਬਾਅਦ ਚਾਚੀ ਨੇ ਫਿਰ ਕਿਹਾ ਕਿ ਕੁਛ ਨਾ ਕੁਛ ਖਾਧਾ ਜਾਵੇ। ਖਾ ਪੀ ਕੇ ਜਦੋਂ ਜਾਣ ਲੱਗੇ ਤੇ ਮਤਲਬ ਪਤਾ ਨਹੀਂ ਕੀ ਕਾਰਨ ਸੀ ਕਿ ਚਾਚੀ ਨੇ ਭਤੀਜੇ ਦਾ ਹੱਥ ਫੜ ਕੇ ਕਿਹਾ ਥੋੜ੍ਹੀ ਦੇਰ ਹੋਰ ਰੁਕ ਜਾ, ਆਪਾਂ ਚੱਲਦੇ ਹਾਂ, ਜੇ ਧੁੱਪ ਪੂਰੇ ਜ਼ੋਰਾਂ 'ਤੇ ਹੈ। ਖੈਰ ਭਤੀਜਾ ਸਮਝ ਗਿਆ ਇੱਕਦਮ, ਜਦੋਂ ਉਸ ਚਾਚੀ ਨੇ ਹੱਥ ਫੜਿਆ ਮੁਸਕਰਾਹਟ ਦਿੱਤੀ ਤੇ ਉਹ ਸਮਝ ਗਿਆ ਕਿ ਦਾਲ ਦੇ ਵਿੱਚ ਕੁਝ ਕਾੜਾ ਹੈ। ਤੇ ਨੈਚੁਰਲੀ ਦੋਨੇ ਜਵਾਨ ਸੀਗੇ, ਚਾਚੀ ਵੀ ਔਰ ਭਤੀਜਾ ਵੀ, ਔਰ ਹੌਲੀ ਹੌਲੀ ਗੱਲਾਂ ਬਾਤਾਂ ਖੁੱਲ੍ਹਦੀਆਂ ਗਈਆਂ। ਦੋਨੇ ਇੱਕ ਦੂਜੇ ਵੱਲ ਵੇਖਦੇ ਰਹੇ। ਵੇਖਦੇ ਇਸ ਕਦਰ ਨਜ਼ਦੀਕ ਆ ਗਏ ਕਿ ਚਾਚੀ ਦਾ ਭਤੀਜੇ ਨੇ ਹੱਥ ਫੜ ਲਿਆ ਤੇ ਚਾਚੀ ਨੇ ਭਤੀਜੇ ਦੇ ਹੱਥ ਦੇ ਉੱਪਰ ਆਪਣਾ ਦੂਜਾ ਹੱਥ ਰੱਖ ਦਿੱਤਾ। ਉਸ ਤੋਂ ਸਾਫ਼ ਜ਼ਾਹਰ ਹੋ ਗਿਆ। ਫਿਰ ਕੀ ਸੀ, ਘਰ ਆਏ, ਘਰ ਗੱਲਬਾਤ ਕੀਤੀ, ਫ਼ੋਨ 'ਤੇ ਗੱਲਬਾਤ ਕਰਦੇ ਰਹੇ ਕਿ ਦੱਸੋ ਕੀ ਰੁਝੇਵੇਂ ਨੇ ਅੱਜ ਦੇ, ਇੱਕ ਦੂਜੇ ਦੇ ਨਾਲ ਸ਼ੇਅਰ ਕਰਨ ਲੱਗ ਪਏ। ਤੇ ਆਖਰਕਾਰ ਕਿਉਂਕਿ ਜਿਹੜੀ ਮਤਲਬ ਕਈ ਵਾਰੀ ਗੱਲਾਂ ਬਾਤਾਂ ਦੇ ਵਿੱਚ ਔਰਤਾਂ ਦੀ ਗੱਲ ਕਰੀਏ ਤੇ ਆਪਣੇ ਆਪ ਨੂੰ ਬੜੀਆਂ ਸਿਆਣੀਆਂ, ਕੁਛ ਇੱਕ ਲੜਕੇ ਵੀ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ ਤੇ ਮਤਲਬ ਅਸਲੀਅਤ ਕੁਛ ਹੋਰ ਹੁੰਦੀ ਹੈ। ਅਸਲੀਅਤ ਜਿਹੜੀ ਹੈ ਉਹ ਜਿੰਨੀ ਮਰਜ਼ੀ ਛੁਪਾਉਣ ਦੀ ਕੋਈ ਕੋਸ਼ਿਸ਼ ਕਰ ਲਵੇ, ਅਸਲੀਅਤ ਤਾਂ ਜ਼ੁਬਾਨ 'ਤੇ ਆ ਹੀ ਜਾਂਦੀ ਹੈ ਔਰ ਇਸ ਦਾ ਪਤਾ ਲੱਗ ਹੀ ਜਾਂਦਾ ਹੈ। ਔਰ ਫਿਰ ਕਈ ਵਾਰ ਉਹ ਨਫ਼ਰਤ ਦਾ ਪਾਤਰ ਵੀ ਬਣ ਜਾਂਦਾ ਹੈ। ਸ਼ਾਇਦ ਇਹੀ ਇੱਕ ਕਾਰਨ ਹੈ ਕਿ ਚਾਚੀ ਜਿਹੜੀ ਸੀ ਉਹਦੇ 'ਤੇ ਜ਼ਿਆਦਾ ਭਰੋਸਾ ਕਰਦੀ ਸੀ, ਭਤੀਜਾ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਕੰਨੀ ਵੀ ਕਤਰਾਉਂਦਾ ਸੀ। ਲੇਕਿਨ ਆਖਰਕਾਰ ਭਤੀਜੇ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੇ, ਚਾਚੀ ਨੇ ਵੀ ਕਰ ਦਿੱਤੇ ਔਰ ਰਾਤ ਦੇ ਹਨੇਰੇ ਦੇ ਵਿੱਚ ਦੋਨੇ ਮਿਲਣ ਗਿਲਣ ਲੱਗ ਪਏ। ਔਰ ਕਾਫੀ ਦਿਨਾਂ ਤੱਕ, ਕਾਫੀ ਮਹੀਨਿਆਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਜਦੋਂ ਸਿਲਸਿਲਾ ਚੱਲਦਾ ਰਿਹਾ ਤਾਂ ਫਿਰ ਕੀ ਸੀ, ਬਸ ਹਾਲਾਤ ਦੋਨਾਂ ਦੇ ਮਤਲਬ ਵਿਗੜ ਗਏ। ਮੁੰਡੇ ਦੇ ਲੜਕੇ ਦੇ ਮਾਤਾ ਪਿਤਾ ਨੂੰ ਮਤਲਬ ਬਹੁਤ ਘੱਟ ਪਤਾ ਸੀ, ਸ਼ੱਕ ਹੀ ਨਹੀਂ ਸੀ ਕਿਉਂਕਿ ਚਾਚੀ ਜਿਹੜੀ ਹੈ ਉਹ ਵੀ ਮਾਂ ਦੇ ਬਰਾਬਰ ਹੀ ਹੁੰਦੀ ਹੈ। ਲੇਕਿਨ ਜਦੋਂ ਹਫ਼ਤੇ 10 ਦਿਨਾਂ ਬਾਅਦ ਚਾਚਾ ਘਰ ਵਾਪਸ ਆਇਆ ਕੰਮਾਂ ਕਾਰਾਂ ਤੋਂ ਤਾਂ ਮਤਲਬ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਕਿ ਕੋਈ ਗੱਲ ਹੋਈ ਹੈ। ਤੇ ਚਾਚੀ ਨੇ ਬੜੀ ਆਓ ਭਗਤ ਕੀਤੀ ਔਰ ਚਾਚੇ ਨੂੰ ਬਿਲਕੁਲ ਮਿਲ ਕੇ ਗਿਆ ਭਤੀਜਾ ਔਰ ਫਿਰ ਆਪਣੇ ਘਰ ਚਲਾ ਗਿਆ ਆਪਣੇ ਕੰਮਾਂ ਕਾਰਾਂ 'ਚ। ਕਿਸੇ ਨੂੰ ਕੁਝ ਵੀ ਪਤਾ ਨਹੀਂ ਕਿ ਆਖਰਕਾਰ ਮਤਲਬ ਇਹਨਾਂ ਦੀ ਨੇੜਤਾ ਹੋਈ ਹੋਵੇਗੀ। ਨਾ ਹੀ ਚਾਚੇ ਨੂੰ ਸ਼ੱਕ ਪਿਆ ਨਾ ਘਰਦਿਆਂ ਨੂੰ, ਪਰ ਉਹਨਾਂ ਨੂੰ ਪਤਾ ਸੀ। ਇੱਕ ਦਿਨ ਕਿਵੇਂ ਮੈਂ ਦੱਸਿਆ ਨਾ ਵੀ ਜਿਹੜੀ ਬੇਈਮਾਨੀ ਹੁੰਦੀ ਉਹ ਪਕੜੀ ਜਾਂਦੀ ਹੁੰਦੀ ਹੈ, ਉਸ ਦਾ ਕੋਈ ਵੀ ਆਧਾਰ ਨਹੀਂ ਹੁੰਦਾ। ਇੱਕ ਦਿਨ ਕੀ ਹੋਇਆ ਕਿ ਇੱਕ ਮੈਸੇਜ ਆਇਆ ਔਰ ਕੁਦਰਤੀ ਚਾਚੀ ਉਸ ਵੇਲੇ ਰਸੋਈ ਦੇ ਵਿੱਚ ਸੀ ਤੇ ਮੈਸੇਜ ਜਦੋਂ ਆਇਆ ਤੇ ਲੜਕੇ ਨੇ ਲਿਖਿਆ ਕਿ ਕੀ ਕਰਦੇ ਹੋ, ਚਾਚਾ ਕਿੱਥੇ ਹੈ। ਤਾਂ ਉਸਨੇ ਜਦੋਂ ਪੜ੍ਹਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸਨੇ ਕਿਹਾ ਕਿ ਚਾਚਾ ਤਾਂ ਬਾਹਰ ਹੈ। ਚਾਚੇ ਨੇ ਮਤਲਬ ਉਹਨੂੰ ਮੈਸੇਜ ਦਿੱਤਾ ਤੇਰਾ ਚਾਚਾ ਬਾਹਰ ਹੈ।
ਤੇ ਫਿਰ ਉਸਨੇ ਕਿਹਾ ਕਿ ਮੈਂ ਆ ਸਕਦਾ, ਤੇ ਉਸਨੇ ਕੋਈ ਜਵਾਬ ਨਹੀਂ ਦਿੱਤਾ ਹੈ। ਤਾਂ ਹੁਣ ਇੱਥੇ ਥੋੜ੍ਹਾ ਜਿਹਾ ਸ਼ੱਕ ਜਿਹੜਾ ਸੀ ਚਾਚੇ ਨੂੰ ਹੋ ਗਿਆ। ਚਾਚਾ ਸੱਚਮੁੱਚ ਬਾਹਰ ਚਲਾ ਗਿਆ ਔਰ ਇਹ ਘਰ ਕਹਿ ਕੇ ਗਿਆ ਕਿ ਮੈਨੂੰ ਅਜੇ 5-4 ਘੰਟੇ ਲੱਗਣਗੇ, ਸ਼ਾਮ ਤੱਕ ਆਵਾਂਗਾ। ਜਦੋਂ ਮਤਲਬ ਉਹ ਬਾਹਰ ਨਿਕਲ ਗਿਆ ਤੇ ਉਸ ਮੈਸੇਜ ਨੂੰ ਮੱਦੇਨਜ਼ਰ ਰੱਖਦਿਆਂ ਉਸਨੇ ਵੇਖਿਆ ਕਿ ਭਤੀਜਾ ਮੇਰੀ ਜਾਨ ਦੀ ਉਡੀਕ ਵਿੱਚ ਇੱਕਦਮ ਕਮਰੇ 'ਚ ਵੜ ਗਿਆ ਔਰ ਦੋਨਾਂ ਨੂੰ ਉਸਨੇ ਰੰਗੀ ਹੱਥੀਂ ਪਕੜ ਲਿਆ। ਫਿਰ ਕੀ ਸੀ, ਮਾਰ ਮਾਰ ਕੇ ਛਿੱਤਰ ਔਰਤ ਦਾ ਵੀ ਔਰ ਉਸ ਲੜਕੇ ਦਾ ਵੀ ਕੱਢ ਦਿੱਤਾ ਦਬੰਗ, ਔਰ ਮਾਰ ਮਾਰ ਕੇ ਛਿੱਤਰ ਕੱਢ ਦਿੱਤਾ ਦੋਹਾਂ ਦਾ ਧੂਆਂ, ਔਰ ਔਰਤ ਨੂੰ ਧੱਕੇ ਦੇ ਕੇ ਕੱਢ ਦਿੱਤਾ ਘਰ 'ਚੋਂ ਬਾਹਰ। ਔਰ ਲੜਕੇ ਨੂੰ ਸਜ਼ਾ ਮਿਲੀ ਹੈ ਕਿ ਤੂੰ ਵੀ ਹੁਣ ਇਸ ਘਰ ਵਿੱਚ ਨਹੀਂ ਰਹੇਗਾ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।